ਅਪਡੇਟ ਲੈਣ ਵਾਸਤੇ ਲੋਕਰਾਜ ਟੀਵੀ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਕੇ ਆਲ ਦੀ ਆਪਸ਼ਨ ਪ੍ਰੈਸ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ-ਬਹੁਤ ਸਵਾਗਤ ਹੈ। और ਅੱਜ ਦੀ ਜਿਹੜੀ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਬੜੀ ਹੀ ਇਨਫੋਰਮੇਟਿਵ ਹੈ ਔਰ ਇਸ ਦੇ ਨਾਲ ਸਮਾਜ ਦਾ ਬਹੁਤ ਭਲਾ ਕਰਨ ਵਾਲੀ ਜਿਹੜੀ ਟਾਕ ਹੈ ਇਹ ਤੁਹਾਡੇ ਤੇ ਹੈ। ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ, ਕਿਵੇਂ ਅੱਗੇ ਇੰਪਲੀਮੈਂਟ ਕਰਦੇ ਹੋ ਚੀਜ਼ਾਂ ਨੂੰ। ਇਸ ਬਾਰੇ ਜਿਹੜਾ ਅੱਜ ਦਾ ਸਾਡਾ ਟੌਪਿਕ ਹੈ ਦੀਵਾਲੀ ਨੂੰ ਲੈ ਕੇ। ਦੀਵਾਲੀ, ਗ੍ਰੀਨ ਦੀਵਾਲੀ ਦੀਆਂ ਬਹੁਤ ਗੱਲਾਂ ਹੁੰਦੀਆਂ ਨੇ ਜੀ। ਗ੍ਰੀਨ ਦੀਵਾਲੀ ਮਨਾਓ, ਗ੍ਰੀਨ ਦੀਵਾਲੀ ਕਿਵੇਂ ਮਨਾਈ ਜਾ ਸਕਦੀ ਹੈ, ਇਸ ਤੇ ਵੀ ਕਈ ਸਵਾਲ ਖੜੇ ਹੁੰਦੇ ਹਨ। ਹਰ ਕੋਈ ਦੱਸਦਾ ਹੈ ਕਿ ਆਹ ਤਰੀਕਾ ਹੈ ਗ੍ਰੀਨ ਦੀਵਾਲੀ ਦਾ। ਔਰ ਖਾਸ ਤੌਰ ਤੇ ਜੇ ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਸਿਹਤ ਦੇ ਪੱਖ ਤੋਂ ਵੀ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ। ਔਰ ਜਿਵੇਂ ਕਿ ਤੁਸੀਂ ਇੱਕ ਇਸ ਵੇਲੇ ਜਿਹੜਾ ਟੌਪਿਕ ਚੱਲ ਰਿਹਾ ਹੈ ਪਰਾਲੀ ਸਾੜਨ ਦਾ ਟੌਪਿਕ ਚੱਲ ਰਿਹਾ ਹੈ, ਸਟਬਲ ਬਰਨਿੰਗ ਦਾ ਟੌਪਿਕ ਚੱਲ ਰਿਹਾ ਹੈ, ਜਿਸ ਦੇ ਉੱਤੇ ਵੀ ਲਗਾਤਾਰ ਬਹਿਸ ਜਾਰੀ ਹੈ। ਕਿਸਾਨਾਂ ਦੀ ਆਪਣੀ ਮਜਬੂਰੀ ਹੈ, ਸਟਬਲ ਬਰਨਿੰਗ ਹੋ ਰਹੀ ਹੈ, ਪਰਾਲੀ ਨੂੰ ਸਾੜਿਆ ਜਾ ਰਿਹਾ ਹੈ ਜਾਂ ਉਸ ਦੇ ਇਫੈਕਟਸ ਜਿਹੜੇ ਸਾਹਮਣੇ ਆ ਰਹੇ ਹਨ ਉਹ ਆਪਣੀ ਜਗ੍ਹਾ ਤੇ ਹਨ। ਪਰ ਹੁਣ ਵੱਡਾ ਤਿਉਹਾਰ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਤਿਉਹਾਰ ਹੈ ਦੀਵਾਲੀ, ਉਸ ਨੂੰ ਲੈ ਕੇ ਜਿਹੜੀਆਂ ਬੜੀਆਂ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਉਸ ਬਾਰੇ ਇੱਕ ਗੱਲਬਾਤ ਕਰਨ ਵਾਸਤੇ ਇੱਕ ਛੋਟਾ ਜਿਹਾ ਪੈਨਲ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਕਰ ਰਹੇ ਹਾਂ। ਡਾਕਟਰ ਕਿਰਪਾਲ ਸਿੰਘ ਜਿਹੜੇ ਕਿ ਪਲਮਨੋਲੋਜਿਸਟ ਹਨ ਔਰ ਇਹ ਬੜੇ ਮਾਹਿਰ ਡਾਕਟਰ ਹਨ, ਖਾਸ ਤੌਰ ਤੇ ਚੈਸਟ ਦੇ ਰੋਗਾਂ ਬਾਰੇ, ਕਿਉਂਕਿ ਪੋਲਿਊਸ਼ਨ ਨਾਲ ਸੰਬੰਧਿਤ ਜਿਹੜੀ ਗੱਲ ਹੋਣੀ ਹੈ। ਔਰ ਇਸ ਪਾਸੇ ਮੇਰੇ ਹਨ ਦੀਪਕ ਬੱਬਰ ਜਿਹੜੇ ਕਿ ਮਿਸ਼ਨ ਆਗਾਜ਼ ਤੋਂ ਹਨ ਔਰ এনवायरमेंट ਵਾਸਤੇ ਲਗਾਤਾਰ ਕੰਮ ਕਰਦੇ ਆ ਰਹੇ ਹਨ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਗੱਲਬਾਤ। ਸਭ ਤੋਂ ਪਹਿਲਾਂ ਡਾਕਟਰ ਕਿਰਪਾਲ ਸਿੰਘ ਜੀ ਕੋ ਜਾਨਣਾ ਚਾਹੂੰਗਾ। ਡਾਕਟਰ ਸਾਹਿਬ, ਇੱਕ ਪਾਸੇ ਪਰਾਲੀ ਸਾੜੀ ਜਾ ਰਹੀ ਹੈ, ਅਸੀਂ ਇਸ ਮੌਜੂ ਨੂੰ, ਇਸ ਮੁੱਦੇ ਨੂੰ ਉਸ ਪਹਿਲੂ ਨਾਲ ਨਹੀਂ ਦੇਖਾਂਗੇ ਇਸ ਵੇਲੇ, ਕਿਉਂਕਿ ਇਹ ਵੀ ਇੱਕ ਲੈਂਥੀ ਟੌਪਿਕ ਹੈ ਆਪਣੇ ਆਪ ਦੇ ਵਿੱਚ ਗੱਲਬਾਤ ਕਰਨ ਵਾਸਤੇ। ਪਰ ਸਿਰਫ ਤੇ ਸਿਰਫ এনवायरमेंट ਨੂੰ ਲੈ ਕੇ, ਕਿਉਂਕਿ ਉਸ ਦੇ ਨਾਲ ਹੁਣ ਦੀਵਾਲੀ ਦਾ ਜਿਹੜੀ ਰਾਤ ਹੈ ਜਾਂ ਦੀਵਾਲੀ ਦਾ ਜਿਹੜਾ ਸਮਾਂ ਹੈ, ਹਾਲਾਂਕਿ ਪਟਾਕੇ ਚੱਲਣੇ ਹੁਣ ਤੋਂ ਹੀ ਸ਼ੁਰੂ ਹੋ ਚੁੱਕੇ ਨੇ, ਉਹ ਜਿਹੜਾ ਉਹਦੇ ਨਾਲ ਕਲੱਬ ਹੋ ਜਾਂਦਾ ਤੇ ਕਿੰਨਾ ਕੁ ਵੱਡਾ ਹੈਜ਼ਰਡਸ ਆ ਔਰ ਕਿਹੜੀਆਂ ਤੁਹਾਨੂੰ ਲੱਗਦਾ ਕਿ ਸਾਵਧਾਨੀਆਂ ਜਿਹੜੀਆਂ ਬਹੁਤ ਜ਼ਰੂਰੀ ਹਨ? ਦੇਖੋ, ਜਿੱਦਾਂ ਕਿ ਪਹਿਲਾਂ ਲੋਕਡਾਊਨ ਸੀਗਾ ਕੋਵਿਡ ਕਰਕੇ, ਉਹਦੇ ਵਿੱਚ ਕਾਫੀ এনवायरमेंट ਸਾਫ਼ ਹੋ ਚੁੱਕਾ ਸੀਗਾ, ਪੋਲਿਊਸ਼ਨ ਬਿਲਕੁਲ ਹੀ ਸਾਫ਼ ਹੋ ਗਿਆ ਸੀਗਾ। ਹੁਣ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਜੋ ਪਹਿਲਾਂ ਪੋਲਿਊਸ਼ਨ ਸੀਗਾ ਵਹੀਕਲਸ ਦਾ, ਫੈਕਟਰੀਜ਼ ਦਾ, ਡੇਲੀ ਰੂਟੀਨਸ ਦੇ ਵਿੱਚ ਲੋਕ ਜਿੱਦਾਂ ਪਿੰਡਾਂ ਦੇ ਵਿੱਚ ਵੀ ਜਾਂ ਸ਼ਹਿਰਾਂ 'ਚ ਵੀ ਕੂੜੇ ਨੂੰ ਅੱਗ ਲਾ ਦਿੰਦੇ ਨੇ, ਪਲਾਟ ਦੇ ਵਿੱਚ ਬੂਟੀ ਉੱਗੀ ਹੁੰਦੀ ਉਹਨੂੰ ਅੱਗ ਲਾ ਦਿੰਦੇ ਨੇ। ਪਰਾਲੀ ਦਾ ਇੱਕ ਮੁੱਦਾ ਅਲੱਗ ਹੈਗਾ, ਪਰਾਲੀ ਨੂੰ ਵੀ ਲੋਕ ਕਿਸਾਨ ਮਜਬੂਰ ਹੋ ਕੇ ਅੱਗ ਲਗਾਉਂਦੇ ਨੇ, ਜਿਹਦਾ ਧੂੰਆਂ ਉਹ ਕਾਫੀ ਨਿਕਲਦਾ, ਜਿਹਦੇ ਕਰਕੇ ਜੋ ਕੋਵਿਡ ਦੇ ਟਾਈਮ ਦੇ ਉੱਪਰ ਪੇਸ਼ੈਂਟ ਸੀਗੇ, ਜੋ ਚੈਸਟ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ, ਜਿਹਦੇ ਕਰਕੇ এনवायरमेंट ਕਰਕੇ ਅਸਥਮਾ ਹੁੰਦਾ, ਕਾਮਨ ਫਲੂ ਹੁੰਦਾ, ਛਾਤੀ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ, ਫੇਫੜਿਆਂ ਦੀਆਂ ਕਾਫੀ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ, ਉਹ ਜੋ ਕੋਵਿਡ ਦੇ ਟਾਈਮ ਦੇ ਵਿੱਚ ਤੇ ਅੱਜ ਦੇ ਟਾਈਮ 'ਚ ਕਾਫੀ ਵੱਧ ਚੁੱਕੀਆਂ ਨੇ। ਜਿੱਦਾਂ ਉਸ ਟਾਈਮ ਦੇ ਉੱਪਰ ਪੇਸ਼ੈਂਟ ਸਾਡੇ ਕੋਲ ਮੰਨੋ ਇੱਕ ਦਿਨ 'ਚ 10 ਤੋਂ 2-3 ਪੇਸ਼ੈਂਟ ਹੁੰਦੇ ਸੀਗੇ ਸਾਹ ਵਾਲੇ, ਜੋ ਕੋਵਿਡ ਦੇ ਟਾਈਮ ਦੇ ਸੀਗੇ। ਹੁਣ ਇਸ ਟਾਈਮ ਦੇ ਉੱਪਰ 10 ਪੇਸ਼ੈਂਟ ਚੋਂ 9 ਪੇਸ਼ੈਂਟ ਇਹੋ ਜਿਹੇ ਨੇ ਜਿਹੜੇ ਸਾਹ ਦੀ ਪ੍ਰੋਬਲਮ ਲੈ ਕੇ ਆ ਰਹੇ ਨੇ, ਬਿਕੋਜ਼ ਆਫ ਇਹ ਧੂਏ ਕਰਕੇ, এনवायरमेंटल ਪੋਲਿਊਸ਼ਨ ਕਰਕੇ। ਪਲੱਸ ਕਾਰਨ ਇਹ ਹੀ ਹੈ ਕਿ ਉਦੋਂ ਲੋਕਡਾਊਨ ਸੀਗਾ ਤੇ এনवायरमेंट ਕਾਫੀ ਸਾਫ਼ ਹੋ ਗਿਆ ਸੀ, ਗ੍ਰੀਨ এনवायरमेंट ਹੋ ਗਿਆ ਸੀ। ਹੁਣ ਲੋਕਡਾਊਨ ਖੁੱਲ੍ਹਾ ਹੋਇਆ, 2 ਦਿਨ ਤੋਂ ਖੁੱਲ੍ਹਣਾ ਸੀਗਾ, ਬਟ ਇਹ ਕਿ ਪੋਲਿਊਸ਼ਨ ਦੇ ਉੱਪਰ ਸਾਡਾ ਇਹ ਕੰਟਰੋਲ ਨਹੀਂ ਹੈਗਾ ਬਿਲਕੁਲ। ਮਤਲਬ ਇੱਕ ਤਰੀਕੇ ਨਾਲ ਕੋਵਿਡ ਜਿਹੜਾ ਸੀਗਾ ਉਸ ਵੇਲੇ ਥੋੜਾ ਜਿਹਾ ਵਰਦਾਨ ਵੀ ਸਾਬਿਤ ਹੋਇਆ ਕਿ ਲੋਕ ਘਰਾਂ 'ਚ ਬਹਿ ਗਏ, ਮਾਸਕ ਲਗਾ ਕੇ ਜ਼ਿਆਦਾ ਨਿਕਲਣ ਲੱਗ ਪਏ। এনवायरमेंट ਬਿਲਕੁਲ ਟ੍ਰੈਫਿਕ ਘਟਣ ਕਰਕੇ, ਬਹੁਤ ਥੋੜੀ ਟ੍ਰੈਫਿਕ ਰਹਿਣ ਕਰਕੇ, ਲੋਕਡਾਊਨ ਕਰਕੇ, ਕਰਫਿਊ ਕਰਕੇ ਮੌਸਮ ਇੰਨਾ ਸਾਫ਼ ਹੋ ਗਿਆ ਸੀ ਕਿ ਕਿਹਾ ਜਾਂਦਾ ਸੀਗਾ ਕਿ ਮੇਰੇ ਖਿਆਲ ਤੁਸੀਂ ਦੱਸ ਰਹੇ ਸੀ ਕਿ 2022 ਤੱਕ ਜਿਹੜਾ ਟੀਵੀ ਜਿਹੜੀ ਰੈਡੀਕੇਟ ਹੋ ਜਾਏਗੀ, ਖਤਮ ਹੋ ਜਾਏਗੀ। ਅਜਿਹੇ ਗੱਲ ਜਿਹੜੀ ਸਾਹਮਣੇ ਆ ਰਹੀ ਸੀ। ਪਰ ਹੁਣ ਇੱਕ ਵਾਰ ਫਿਰ ਉਹੀ ਜਿਹੜਾ ਵਾਤਾਵਰਨ, ਉਹੀ ਮਾਹੌਲ ਜਿਹੜਾ ਵੇਖਣ ਨੂੰ ਮਿਲ ਰਿਹਾ ਹੈ। ਪਰਾਲੀ ਵੀ ਸਾੜੀ ਜਾ ਰਹੀ ਹੈ। ਕੋਵਿਡ ਜਿਹੜਾ ਹੈ ਉਹ ਲਗਾਤਾਰ ਹਜੇ ਖਤਮ ਨਹੀਂ ਹੋਇਆ, ਹਜੇ ਵੀ ਚੱਲ ਰਿਹਾ ਹੈ। ਦਿੱਲੀ ਦੇ ਵਿੱਚ ਤਾਂ ਇਸ ਦਾ ਬਲਾਸਟ ਵੇਖਣ ਨੂੰ ਮਿਲ ਰਿਹਾ ਹੈ ਔਰ ਇੱਥੋਂ ਇਹ ਵੀ ਕਿਹਾ ਜਾਂਦਾ ਹੈ ਕਿ ਧੂੰਆਂ ਸਾਰਾ ਦਿੱਲੀ ਵੱਲ ਨੂੰ ਜਾ ਰਿਹਾ ਹੈ। ਇਹ ਵੀ ਜਿਹੜੀ ਗੱਲ ਦਿੱਲੀ ਗਵਰਨਮੈਂਟ ਤੋਂ ਸਾਹਮਣੇ ਆ ਰਹੀ ਹੈ। ਦੀਪਕ ਬੱਬਰ ਜੀ ਮੇਰੇ ਨਾਲ ਨੇ, ਉਹਨਾਂ ਨਾਲ ਗੱਲ ਕਰਾਂਗੇ। ਦੀਪਕ ਜੀ, ਤੁਸੀਂ ਗ੍ਰੀਨ ਦੀਵਾਲੀ ਮਨਾਉਣ ਦੀ ਗੱਲ ਕਰਦੇ ਹੋ ਬਾਰ-ਬਾਰ, ਉਹ ਕੀ ਹੈ, ਕਿਵੇਂ ਮਨਾਈ ਜਾ ਸਕਦੀ ਹੈ? ਬਿਲਕੁਲ ਜੀ, ਹਰ ਚੀਜ਼ ਗ੍ਰੀਨ ਹੋ ਸਕਦੀ ਹੈ ਜੀ। ਇਨਸਾਨ ਦਾ ਰਹਿਣਾ, ਖਾਣਾ ਪੀਣਾ, ਚੱਲਣਾ, ਜੇ ਇਨਸਾਨ ਚਾਹੇ ਤੇ ਆਪਣੇ ਆਪ ਨੂੰ ਗ੍ਰੀਨ ਕਰ ਸਕਦਾ। ਮੈਂ ਲਗਾਤਾਰ ਸਕੂਲ ਜਾਣਾ, ਕਾਲਜ ਜਾਂਦੇ ਸੀ, ਲੇਕਿਨ ਐਤਕੀ ਲਾਕਡਾਊਨ ਪੀਰੀਅਡ ਕਰਕੇ ਸਕੂਲ ਬੰਦ ਸੀ ਤੇ ਹੋ ਸਕਦਾ ਤੁਹਾਡੇ ਚੈਨਲ ਰਾਹੀਂ ਅਸੀਂ ਸਾਰੇ ਸਮਾਜ ਨੂੰ ਮੈਸੇਜ ਦੇ ਦਈਏ, ਬੱਚਿਆਂ ਤੱਕ ਪਹੁੰਚ ਜਾਏ। ਮੈਂ ਹਰ ਜਗ੍ਹਾ ਸਕੂਲਾਂ 'ਚ ਕਹਿਣਾ ਹੈ ਜੀ, ਬੱਚਿਓ ਅਨਾਰ ਜਲਾਓ ਨਹੀਂ, ਅਨਾਰ ਖਾਓ। ਹੁਣ ਅਨਾਰ 2 ਤਰ੍ਹਾਂ ਦੇ, ਇੱਕ ਦੋਨਾਂ ਅਨਾਰ ਜਲਾਉਣ ਵਾਲਾ ਪਟਾਕਾ, ਦੂਸਰਾ ਕੁਦਰਤ ਨੇ ਤਾਂ ਅਨਾਰ ਦਿੱਤਾ ਹੋਇਆ।
ਕਿੰਨਾ ਟੌਨਿਕ ਹੈ ਉਹਦੇ ਅੰਦਰ, ਕਿੰਨੇ ਵਿਟਾਮਿਨਸ ਹੈ, ਕਿੰਨੇ ਸਾਡੀ ਬੋਡੀ ਲਈ ਲੋਕਾਂ ਨੂੰ ਗੈਸ ਹੋਈ ਪਈ ਹੈ, ਮੇਰੇ ਖਿਆਲ ਉਹ ਨਾਰੀ ਖਾ ਲੈਣ ਦੈਟ ਵਿਲ ਬੀ ਵੈਰੀ ਗੁੱਡ। ਇੱਕ ਤਾਂ ਬਲੱਡ ਬਣੇਗਾ ਉਹਨਾਂ ਦਾ। ਗੁਲਾਬ ਜਾਮੁਨ ਤਕਰੀਬਨ ਨਕਲੀ ਮਿਲਦਾ, ਉਹ ਖੋਇਆ ਵੀ ਨਕਲੀ ਮਿਲਦਾ, ਸਭ ਗੰਦਾ ਹੈ, ਸ਼ੂਗਰ ਹੋਈ ਪਈ ਹੈ, ਡਾਇਬੀਟੀਜ਼ ਹੋਈ ਪਈ ਹੈ। ਤੇ ਗੁਲਾਬ ਜਾਮੁਨ ਦੀ ਬਜਾਏ ਗੁਲਾਬ ਦਾ ਪੌਦਾ ਦੇ ਦਿਓ, ਇੱਕ ਦੂਸਰੇ ਨੂੰ ਉਗਾ ਦਿਓ ਔਰ ਜਾਮੁਨ ਦਾ ਪੇੜ ਲਗਾ ਦਿਓ। ਜਾਮੁਨ ਸਾਰੇ ਅਸੀਂ ਖਾਂਦੇ ਹਾਂ ਲੇਕਿਨ ਲਗਾਉਂਦੇ ਨਹੀਂ ਉਹ ਪੇੜ, ਔਰ ਆਪਣੇ ਆਪ ਗਿਟਕ ਆਉਂਦੀ ਲੇਕਿਨ ਲੋਕਾਂ ਨੂੰ ਜਗ੍ਹਾ ਨਹੀਂ। ਤੇ ਮਾਈਂਡ ਸੈਟ ਹੀ ਸਾਡਾ ਗ੍ਰੀਨ ਨਹੀਂ। ਜਿਸ ਦਿਨ ਸਾਡਾ ਮਾਈਂਡ ਸੈਟ ਗ੍ਰੀਨ ਹੋ ਗਿਆ ਉਸ ਦਿਨ ਅਸੀਂ ਅਨਾਰ ਜਲਾਣੇ ਛੱਡ ਦਿੰਦੇ ਹਾਂ, ਕਿਉਂਕਿ ਉਹ ਤਾਂ ਇੰਨਾ ਜ਼ਿਆਦਾ ਹਾਰਡੈਸਟ ਧੂੰਆਂ ਨਿਕਲਦਾ ਹੈ, ਉਹ 'ਚ ਨਾ ਤੁਹਾਡੇ ਅੱਖਾਂ ਦੇ ਅੱਗੇ ਵੀ ਹਨੇਰਾ ਜਿਹਾ ਛਾ ਜਾਂਦਾ। ਉਹਨੂੰ ਦੇਖ ਲਓ, ਥੋੜ੍ਹੀ ਦੇਰ ਚੱਲਦੇ ਉਹਨੂੰ, ਥੋੜ੍ਹੀ ਦੇਰ ਬਾਹਰ ਹਟੋਗੇ ਤੇ ਆਈਜ਼ ਵੀ ਖਰਾਬ ਹੋ ਜਾਂਦੀ। ਔਰ ਜਿੰਨਾ ਸਾਡੇ ਲੰਗਸ ਅੰਦਰ ਜਾ ਰਿਹਾ, ਹੁਣ ਸਾਡਾ ਨੇਚਰ ਨੇ ਬਣਾਇਆ, ਅਸੀਂ ਨੇਚਰ ਤੋਂ ਆਕਸੀਜਨ ਲੈਣੀ ਹੈ ਔਰ ਕਾਰਬਨ ਡਾਈਆਕਸਾਈਡ ਛੱਡਣੀ ਬਾਹਰ। ਲੇਕਿਨ ਇਨਸਾਨ ਮੂਰਖ ਪ੍ਰਾਣੀ ਕੀ ਕਰ ਰਿਹਾ, ਕਾਰਬਨ ਡਾਈਆਕਸਾਈਡ ਜ਼ਬਰਦਸਤੀ ਆਪਣੇ ਅੰਦਰ ਲੈ ਰਿਹਾ, ਖੁਦ ਆਪਣੀ ਮੂਰਖਤਾ ਨਾਲ। ਚਾਹੇ ਕੋਈ ਵੀ ਹੋਏ, ਮੈਂ ਕਿਸੇ ਵਰਗ ਦੀ ਗੱਲ ਨਹੀਂ ਕਰਾਂਗਾ, ਪਟਲੂ ਆਦਮੀ ਹੈ, ਜਿਹੜਾ ਵੀ ਇਨਸਾਨ ਨੇਚਰ ਨੂੰ ਡਿਸਟਰਬ ਕਰ ਰਿਹਾ ਹੈ, ਹੀ ਇਜ਼ ਅ ਕਲਪ੍ਰਿਟ। ਨੇਚਰ ਦੇ ਹਿਸਾਬ ਨਾਲ ਤੁਸੀਂ ਨੇਚਰ ਹਿਸਾਬ ਚਲੋ। ਅੱਜ ਤੁਸੀਂ ਪੁਰਾਤਨ ਦੇਖੋਗੇ, ਜਦੋਂ ਇਨਸਾਨ ਧਰਤੀ ਤੇ ਕੰਮ ਕਰ ਰਹੇ ਸੀ, ਉਸ ਵੇਲੇ ਖਾਣਾ ਖਾ ਰਹੇ ਸੀ, ਉਸ ਵੇਲੇ ਵੀ ਕਿਸਾਨ ਸੀਗੇ, ਲੇਕਿਨ ਕਦੀ ਉਹ ਧਰਤੀ ਨੂੰ ਜਲਾਉਂਦੇ ਨਹੀਂ ਸੀ। ਉਹਦਾ ਮਤਲਬ ਮੈਂ ਧਰਤੀ ਤੋਂ ਭੋਜਨ ਲਿੱਤਾ ਹੈ, ਧਰਤੀ ਮਾਂ ਹੈ, ਇਹ ਪਵਨ ਗੁਰੂ ਹੈ, ਪਾਣੀ ਪਿਤਾ ਹੈ, ਮਾਤਾ ਧਰਤ ਮਹਤ। ਇਹ ਗੁਰੂਆਂ ਨੇ ਕਿਉਂ ਸਮਝਾਇਆ, ਉਹਨਾਂ ਨੂੰ ਕੀ ਕਹਿਣ ਦੀ ਲੋੜ ਪਈ ਸੀ? ਉਹਨਾਂ ਨੇ ਕਿਸੇ ਚੀਜ਼ ਡਿਸਟਰਬ ਨਹੀਂ ਕੀਤਾ, ਉਹ ਉਦੋਂ ਦਾ ਗ੍ਰੀਨ ਚੱਲ ਰਹੇ। ਅਸੀਂ ਹੁਣ ਆਪਣੇ ਆਪ ਨੂੰ ਉਹਨਾਂ ਨੂੰ ਡਿਸਟਰਬ ਕਰਦੇ ਆ, ਕੋਈ ਲੌਜਿਕ ਨਹੀਂ ਹੈ ਪਟਾਕਾ ਫੋੜਨ ਦਾ। ਇੱਕ ਤੇ ਨੋਇਜ਼ ਪੋਲਿਊਸ਼ਨ, 에ਅਰ ਪੋਲਿਊਸ਼ਨ ਔਰ ਪੈਸਾ ਦਾ ਵੀ ਵੇਸਟੇਜ। ਤੇ ਕਿਉਂ ਨਹੀਂ ਅਸੀਂ ਮਨੋ ਗ੍ਰੀਨ ਹੋ ਜਾਂਦੇ ਹਾਂ, ਅਸੀਂ ਹਰ ਚੀਜ਼ ਨੂੰ ਇਕੋ ਫ੍ਰੈਂਡਲੀ ਬਣਾਈਏ। देयर आर सो मैनी वेज। ਹੁਣ ਤੇ ਐਨਜੀਟੀ ਨੇ ਕਹਿਤਾ ਵੀ ਗ੍ਰੀਨ ਪਟਾਕੇ ਵੀ ਹੋ ਗਏ, ਆ ਗਏ, ਉਹ ਵੀ ਕਹਿ ਲਓ। ਹਾਂ, ਅਸੀਂ ਲੋਕ ਰਾਜ ਟੀਵੀ ਤੇ ਹੀ ਤੁਹਾਨੂੰ ਖਬਰ ਇਹ ਦਿਖਾਈ ਸੀ ਕਿ ਗ੍ਰੀਨ ਪਟਾਕੇ ਆਣੇ ਸ਼ੁਰੂ ਹੋ ਗਏ ਨੇ। ਖੈਰ ਉਹਨੂੰ ਉਹਦਾ ਕਿਹੜੇ ਕੈਮੀਕਲਸ ਨੇ ਉਹਦੇ ਵਿੱਚ ਕੀ ਹੈ, ਇਸ ਚੀਜ਼ ਨੂੰ ਜਿਹੜਾ ਵਾ ਕੋਈ ਐਕਸਪਰਟ ਸਾਹਮਣੇ ਨਹੀਂ ਆਇਆ ਅਜੇ ਤੱਕ ਕਿ ਉਹ ਦੱਸ ਸਕੇ ਕਿ ਉਹਦੇ ਵਿੱਚ ਕਿਹੜੇ ਕੈਮੀਕਲਸ ਇਸਤੇਮਾਲ ਕੀਤੇ ਗਏ ਨੇ ਕਿ ਉਹ ਗ੍ਰੀਨ ਪਟਾਕੇ ਉਹਨਾਂ ਨੂੰ ਕਿਹਾ ਜਾ ਸਕੇ। ਖੈਰ ਗੱਲਬਾਤ ਨੂੰ ਅੱਗੇ ਵਧਾਉਂਦੇ ਕਿਉਂਕਿ ਕੋਵਿਡ ਦੀ ਗੱਲ ਕਰ ਰਹੇ ਸਾਂ ਆਪਾਂ, ਤੇ ਇੱਕ ਵਾਰੀ ਫਿਰ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਕਿ ਡਾਕਟਰ ਸਾਹਿਬ ਕਿੰਨਾ ਕੁ ਵੱਡਾ ਕਹਿਰ ਸਾਬਿਤ ਹੋ ਸਕਦਾ ਹੈ ਦੀਵਾਲੀ ਦਾ ਤਿਉਹਾਰ, ਜਦੋਂ ਕਿ ਬਹੁਤ ਸਾਰੇ ਬੇਸ਼ੁਮਾਰ ਪਟਾਕੇ ਜਿਹੜੇ ਹਨ ਉਹ ਪਟਾਸ਼ ਸਾੜ ਦਿੱਤਾ ਜਾਏਗਾ। ਕਾਰਬਨ ਡਾਈਆਕਸਾਈਡ ਦੀ ਹੱਦ ਜਿਹੜੀ ਹੈ, ਕਿਉਂਕਿ 206 ਤੋਂ ਜਿਹੜਾ ਕੁਆਲਿਟੀ 에ਅਰ ਕੁਆਲਿਟੀ ਜਿਹੜਾ ਇੰਡੈਕਸ ਹੈ ਉਹ 206 ਤੋਂ ਪਹਿਲਾਂ ਉੱਪਰ ਜਾ ਚੁੱਕਾ। ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਕੀ ਲੱਗਦਾ ਤੁਹਾਨੂੰ ਕਿੱਥੇ ਤੱਕ ਉਹ ਇੰਡੈਕਸ ਜਾ ਸਕਦਾ ਤੇ ਕਿੰਨਾ ਕੁ ਵੱਡਾ ਹੈਜ਼ਰਡਸ ਹੈ? ਦੇਖੋ ਦੀਵਾਲੀ ਉਹਨੂੰ ਹਲੇ 4-5 ਦਿਨ ਬਾਕੀ ਹੈਗੇ, ਪਰ ਤੁਸੀਂ ਘਰ ਨੂੰ ਜਾਂਦੇ ਸੜਕਾਂ ਤੇ ਦੇਖੋਗੇ ਪਟਾਕੇ ਵੇਖ ਰਹੇ ਨੇ ਲੋਕ, ਲੈ ਰਹੇ, ਬੱਚੇ ਪਟਾਕੇ ਚਲਾ ਵੀ ਰਹੇ ਨੇ। ਠੀਕ ਹੈ, ਉਹਨਾਂ ਧੂਆਂ ਤੇ ਕੌਂਦਾ ਹੀ ਹੁੰਦਾ, ਪਲੱਸ ਉਹਨਾਂ ਜਾਨੀ ਮਾਲੀ ਨੁਕਸਾਨ ਵੀ ਬਹੁਤ ਹੁੰਦਾ। ਬੱਚੇ ਆ ਛੋਟੇ ਪਟਾਕਾ ਚਲਾਉਣਾ ਸ਼ੁਰੂ ਕਰਦੇ, ਕਈਆਂ ਦੇ ਹੱਥ ਚੱਲ ਪੈਂਦਾ, ਕਈਆਂ ਦੇ ਅੱਖ 'ਚ ਚੰਗਿਆੜੇ ਪੈ ਜਾਂਦੇ ਆ, ਉਹਦਾ ਵੀ ਨੁਕਸਾਨ ਇੱਕ ਹੁੰਦਾ। ਲੋਕਾਂ ਨੂੰ ਚਾਹੀਦਾ ਕਿ ਇਸ ਚੀਜ਼ ਨੂੰ ਰੋਕ ਲਾਈ ਜਾਏ। ਦੀਪ ਜਲਾਓ, ਦੀਵਾਲੀ ਦੇ ਉੱਪਰ ਦੀਪ ਜਲਾਓ, ਠੀਕ ਹੈ, ਤੇ ਗ੍ਰੀਨ ਦੀਵਾਲੀ ਮਨਾਓ। ਜੋ ਅਸੀਂ ਪੈਸਾ, ਟਾਈਮ, ਸਿਹਤ, ਇੱਕ 3-4 ਚੀਜ਼ਾਂ ਆਪਾਂ ਖਰਾਬ ਕਰਦੇ ਆ ਪਟਾਕੇ ਚਲਾਉਣ ਦੇ ਉੱਪਰ। ਪਟਾਕੇ ਖਰੀਦਣ ਵਾਸਤੇ ਪੈਸੇ ਚਾਹੀਦੇ ਆ, ਚਲਾਉਣ ਲੱਗਿਆ ਜਾਨੀ ਮਾਲੀ ਨੁਕਸਾਨ ਹੋਣ ਦਾ ਖਤਰਾ ਹੈ। ਉਸ ਤੋਂ ਬਾਅਦ ਜੋ ਨੁਕਸਾਨ ਹੋਣਾ ਵਾ ਸਿਹਤ ਦਾ, ਉਹਦੇ ਵਾਸਤੇ ਹਸਪਤਾਲ ਜਾ ਕੇ ਜੋ ਇਲਾਜ ਕਰਾਉਣਾ ਉਹਦੇ ਉੱਪਰ ਪੈਸੇ ਦਾ ਖਰਚਾ, ਮਤਲਬ ਕਿ 4 ਚੀਜ਼ਾਂ ਦਾ ਨੁਕਸਾਨ ਹੁੰਦਾ। ਇੰਸਟੈਡ ਜੋ ਤੁਸੀਂ ਦੀਵਾਲੀ ਦੇ ਪਟਾਕੇ ਲੈ ਕੇ ਉਹਨਾਂ ਨੂੰ ਅੱਗ ਲਗਾਉਂਦੇ, ਧੂਆਂ ਜੋ ਕ੍ਰੀਏਟ ਹੁੰਦਾ ਉਹਦੇ ਚੋਂ, ਉਹਦੇ ਨਾਲੋਂ ਕਿਸੇ ਗਰੀਬ ਬੰਦੇ ਦੀ ਮਦਦ ਕੀਤੀ ਜਾਏ ਤਾਂ ਕਿ ਕਿਸੇ ਦਾ ਭਲਾ ਹੋ ਸਕੇ, ਉਸੇ ਪੈਸਿਆਂ 'ਚ ਕਿਸੇ ਦੀ ਹੈਲਪ ਕੀਤੀ ਜਾਏ। ਪਰ ਇਹੀ ਤੇ ਗੱਲ ਲੋਕ ਸਮਝਦੇ ਨਹੀਂ। ਪਰ ਹੁਣ ਜਿਹੜੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕੋਵਿਡ ਦੇ ਟਾਈਮ ਤੇ, ਕਿ ਜਿਹੜੇ ਕੋਵਿਡ ਦੇ ਮਰੀਜ਼ ਨੇ ਕਿ ਉਹਨਾਂ ਦੀ ਸੰਖਿਆ ਵੱਧ ਸਕਦੀ ਹੈ, ਕਿ ਜਿਹੜੇ ਕੋਵਿਡ ਦੇ ਪੇਸ਼ੈਂਟਸ ਹਨ ਉਹਨਾਂ ਵਾਸਤੇ ਹੋਰ ਵੱਧ ਮੁਸ਼ਕਿਲ ਵੱਧ ਸਕਦੀ ਹੈ, ਜਾਂ ਕੋਵਿਡ ਤੋਂ ਜਿਹੜੇ ਠੀਕ ਹੋ ਗਏ ਨੇ ਉਹਨਾਂ ਵਾਸਤੇ ਹੋਰ ਮੁਸ਼ਕਿਲ ਹੋ ਸਕਦੀ ਹੈ, ਇਹ ਤੁਹਾਡੇ ਕੋਲ ਪੁੱਛਣਾ ਚਾਹੁੰਦਾ। ਦੇਖੋ ਜਿੱਦਾਂ ਕੋਵਿਡ ਦੇ ਮਰੀਜ਼ ਕਾਫੀ ਘੱਟ ਚੁੱਕੇ ਸੀਗੇ ਕੁਝ ਟਾਈਮ ਤੋਂ, ਹੁਣ ਦਿੱਲੀ ਦੇ ਵਿੱਚ 7000 ਪੇਸ਼ੈਂਟ ਦੁਬਾਰਾ ਸ਼ੁਰੂ ਹੋ ਗਿਆ, ਹਸਪੀਟਲ ਫੁੱਲ ਹੋਣੇ ਸ਼ੁਰੂ ਹੋ ਗਏ, ਵੈਂਟੀਲੇਟਰਸ ਦੀ ਰਿਕੁਆਇਰਡ, ਬੈੱਡ ਦੀ ਰਿਕੁਆਇਰਡ। ਉਹਦੇ ਵਿੱਚ ਲੁਧਿਆਣਾ ਵਿੱਚ ਵੀ ਕਾਫੀ ਕੇਸਿਸ ਜਿਹੜੇ ਆਏ ਨੇ, ਸੈਕਿੰਡ ਵੇਵ ਜਿਹਨੂੰ ਕਹਿ ਰਹੇ ਆ ਆਉਣੀ ਸ਼ੁਰੂ ਹੋ ਗਈ। ਮੋਸਟਲੀ ਬਾਹਰ ਕੰਟਰੀਜ਼ ਵਿੱਚ, ਜਰਮਨੀ, ਇਟਲੀ, ਫਰਾਂਸ ਵਿੱਚ ਸੈਕਿੰਡ ਵੇਵ ਆ ਚੁੱਕੀ ਹੈ। ਸਾਡੇ ਵੀ ਇੱਥੇ ਜੇ ਅਸੀਂ ਪੋਲਿਊਸ਼ਨ ਨੂੰ ਕੰਟਰੋਲ ਨਹੀਂ ਕਰਾਂਗੇ, ਚੈਸਟ ਦੀਆਂ ਡਿਜ਼ੀਜ਼ ਦੀਆਂ ਆਉਣਗੀਆਂ, ਪਲੱਸ ਕੋਵਿਡ ਦੇ ਮਰੀਜ਼ ਸਾਡੇ ਕੋਲ ਆਉਣੇ ਸ਼ੁਰੂ ਹੋ ਚੁੱਕੇ ਨੇ ਆਲਰੇਡੀ। ਤੇ ਜੋ ਕਿ ਪਹਿਲਾਂ ਕੋਵਿਡ ਦੇ ਮਰੀਜ਼ ਪ੍ਰੈਜ਼ੈਂਟ ਕਰਦੇ ਸੀਗੇ ਮਾਈਲਡ ਸਿੰਪਟਮਸ ਨਾਲ, ਹੁਣ ਸੀਵੀਅਰ ਸਿੰਪਟਮਸ ਦੇ ਨਾਲ ਆ ਰਹੇ। ਉੱਪਰੋਂ ਸਿੰਪਟਮਸ ਦੇ ਨਾਲ ਡੇਂਗੂ ਅੱਜ ਕੱਲ੍ਹ ਫੈਲਿਆ ਹੋਇਆ, ਡੇਂਗੂ ਨਾਲ ਕੋਲੈਬਰੇਟ ਕਰਕੇ ਆ ਰਿਹਾ, ਜੋ ਕਿ ਵੈਰੀ ਡੇਂਜਰਸ ਟੂ ਹੈਲਥ। ਮੌਸਮ ਦੀ ਵੀ ਤਬਦੀਲੀ ਹੈ ਉਹ ਵੀ, ਕਿਉਂਕਿ ਪਟਾਕੇ ਚਲਾਣੇ ਜਿਹੜੇ ਹਨ ਉਹ ਬੱਚਿਆਂ ਨੇ ਸ਼ੁਰੂ ਕਰ ਦਿੱਤੇ ਹਨ। ਪਰਾਲੀ ਦਾ ਸੜਨਾ ਜਿਹੜਾ ਬਦਸਤੂਰ ਜਾਰੀ ਹੈ। ਹੋਰ ਕਈ ਤਰੀਕੇ ਹਨ, ਟ੍ਰੈਫਿਕ ਲਗਾਤਾਰ ਵੱਧਦੀ ਜਾ ਰਹੀ ਹੈ, ਹੋਰ ਕਈ ਤਰੀਕੇ ਹਨ ਜਿਨ੍ਹਾਂ ਨਾਲ ਲਗਾਤਾਰ ਪੋਲਿਊਸ਼ਨ ਵੱਧਦਾ ਜਾ ਰਿਹਾ ਹੈ ਔਰ ਇਨਸਾਨ ਦੀ ਸਿਹਤ ਤੇ
ਵੱਡਾ ਅਸਰ ਪਾ ਰਿਹਾ ਹੈ। ਡਾਕਟਰ ਸਾਹਿਬ, ਜਿਹੜੇ ਪੇਸ਼ੈਂਟਸ ਠੀਕ ਹੋ ਚੁੱਕੇ ਨੇ, ਜਿਹੜੇ ਕੋਵਿਡ ਚੋਂ ਨਿਕਲ ਚੁੱਕੇ ਨੇ, ਉਹਨਾਂ ਵਾਸਤੇ ਵੀ ਵੱਡੀ ਮੁਸ਼ਕਿਲ ਪੈਦਾ ਹੋ ਸਕਦੀ ਹੈ। ਉਹ ਕੀ ਕਰਨ? ਕਿਉਂਕਿ ਦੀਵਾਲੀ ਜਦੋਂ ਪਟਾਕੇ ਚੱਲਣੇ ਨੇ, ਧੂਏ ਦੇ ਅੰਦਰ ਤੱਕ ਆ ਜਾਂਦੇ ਨੇ, ਘਰਾਂ ਦੇ ਅੰਦਰ ਤੱਕ ਦਾਖਲ ਹੋ ਜਾਂਦੇ ਨੇ, ਉਹ ਕੀ ਕਰਨ? ਦੇਖੋ, ਉਹਨਾਂ ਵਾਸਤੇ ਤਾਂ ਬਹੁਤ ਖਤਰੇ ਵਾਲੀ ਗੱਲ ਹੈ, ਕਿਉਂਕਿ ਉਹਨਾਂ ਦੇ ਲੰਗਸ ਆਲਰੇਡੀ ਕੰਪਰੋਮਾਈਜ਼ਡ ਹੈਗੇ ਨੇ। ਸਾਹ ਲੈਣ 'ਚ ਉਹਨਾਂ ਨੂੰ ਆਲਰੇਡੀ ਤਕਲੀਫ ਹੁੰਦੀ ਹੈ, ਲੰਗਸ ਪਹਿਲਾਂ ਹੀ ਸੁੰਗੜੇ ਹੋਏ ਨੇ ਕਰੋਨਾ ਦੇ ਕਰਕੇ। ਜਿਨ੍ਹਾਂ ਨੂੰ ਦਵਾਈਆਂ ਦੇ ਉੱਪਰ ਕੁਝ ਪੰਪ ਲੈ ਕੇ ਚੱਲ ਰਹੇ ਨੇ, ਜੇ ਇਦਾਂ ਧੂਏ ਦੇ ਐਕਸਪੋਜ਼ਰ ਦੇ ਵਿੱਚ ਆਉਣਗੇ ਦੀਵਾਲੀ ਵਾਲੇ ਦੇ, ਉਹਨਾਂ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ, ਸਿਹਤ ਵਿਗੜ ਸਕਦੀ ਹੈ, ਉਹਨਾਂ ਨੂੰ ਹਸਪੀਟਲਾਈਜੇਸ਼ਨ ਦੀ ਲੋੜ ਪੈ ਸਕਦੀ ਹੈ। ਤੇ ਜਿਹਦੇ ਕਰਕੇ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ। ਪਲੱਸ ਕੁਝ ਬੰਬਾਂ ਦੀ ਆਵਾਜ਼ ਹੀ ਇੰਨੀ ਕੁ ਹੁੰਦੀ ਹੈ ਕਿ ਜੋ ਹਾਰਟ ਦੇ ਪੇਸ਼ੈਂਟ ਹੁੰਦੇ ਨੇ, ਬਜ਼ੁਰਗ ਲੋਕ ਹੁੰਦੇ ਆ, ਉਹ ਜਿਹਨੀ ਇੰਨੀ ਜ਼ੋਰ ਦੀ ਆਵਾਜ਼ ਸੁਣਦੇ ਨੇ, ਉਹਨਾਂ ਨੂੰ ਅਰੈਸਟ ਹੋਣ ਦੇ, ਦਿਲ ਦਾ ਦੌਰਾ ਪੈਣ ਦੇ ਚਾਂਸਸ ਹੁੰਦੇ ਆ। ਬੱਬਰ ਜੀ, ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਦੀਵਾਲੀ ਜਿਹੜਾ ਹੈ ਤਿਉਹਾਰ ਧਰਮ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਔਰ ਜ਼ਾਹਿਰ ਤੌਰ ਤੇ ਲੋਕਾਂ ਦੀ ਆਸਥਾ ਨਾਲ ਜੁੜੀ ਹੋਈ ਹੁੰਦੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਜੀ ਦੀਵਾਲੀ ਨਾ ਮਨਾਓ, ਉਹ ਗੱਲ ਵੱਖਰੀ ਹੈ, ਪਰ ਦੀਵਾਲੀ ਮਨਾਉਣ ਤੋਂ ਕੋਈ ਮਨਾ ਨਹੀਂ ਕਰ ਰਿਹਾ। ਸਿਰਫ ਇੰਨਾ ਕਹਿ ਰਹੇ ਹਾਂ ਕਿ ਦੀਵਾਲੀ ਦੇ ਪਟਾਕੇ ਨਾ ਚਲਾਓ, ਆਪਣੇ ਆਪ ਨੂੰ, ਸਮਾਜ ਨੂੰ, ਦੇਸ਼ ਨੂੰ, ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਓ, ਸਿਰਫ ਇੰਨਾ ਕਹਿ ਰਹੇ ਹਾਂ। ਪਰ ਉਸ ਦੇ ਬਾਵਜੂਦ ਲੋਕਾਂ ਨੂੰ ਲੱਗਦਾ ਕਿ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਛੇੜ ਰਹੇ ਆ। ਇਹ ਕਿਉਂ ਆ? ਦੇਖੋ ਜੀ, ਮੈਨੂੰ ਜਿਹੜਾ ਵੀ ਬੰਦਾ ਧਾਰਮਿਕ ਗੱਲ ਕਰਦਾ ਨਾ, ਮੈਂ ਉਹਦਾ ਸਿੱਧੀ ਗੱਲ ਕਰਦਾ ਕਿ ਮੈਨੂੰ ਦੱਸੋ ਕਿ ਜਦੋਂ ਸ਼੍ਰੀ ਰਾਮਚੰਦਰ ਜੀ ਆਏ ਸੀ ਉਹਦੇ ਵਾਪਸ, ਉਸ ਵੇਲੇ ਕਿਹੜੀ ਪਟਾਕੇ ਫੈਕਟਰੀ ਸੀ? ਉਸ ਲੋਕਾਂ ਪਟਾਕੇ ਜਲਾਏ ਨਹੀਂ ਸੀਗੇ। ਇਹ ਪ੍ਰਥਾ ਅਸੀਂ ਆਪ ਬਣਾ ਲਈ। ਅਸੀਂ ਕੀ ਕਰਦੇ ਹਾਂ ਕਿ ਸਾਨੂੰ ਖੁਸ਼ ਹੋਣਾ ਹੈ। ਐਕਚੁਅਲੀ ਉਸ ਵੇਲੇ ਖੁਸ਼ੀ ਦਾ ਮਾਹੌਲ ਹੋਇਆ, ਲੋਕਾਂ ਨੇ ਗੀਤ ਦੀਏ ਜਲਾਏ, ਦੇ ਆਰ ਆਲ ਹੈਪੀ, ਦੇ ਇੰਜੋਇਡ, ਦੇ ਡਾਂਸ ਐਂਡ ਆਲ। ਲੇਕਿਨ ਇਹ ਜਿਹੜਾ ਇਨਵੈਂਸ਼ਨ ਹੋ ਗਈ ਪਟਾਕੇ ਦੀ ਔਰ ਧੂਏ ਦੀ, ਫਾਸਫੋਰਸ ਦੀ, ਲੋਕਾਂ ਨੂੰ ਉਸ ਵੇਲੇ ਨਹੀਂ ਪਤਾ ਸੀ ਵੀ ਇਹਦਾ ਇੰਨਾ ਹਾਰਮਫੁਲ ਇਫੈਕਟ ਹੈ। ਕੋਈ ਵੀ ਚੀਜ਼ ਬਣਦੀ ਹੈ ਤੇ ਬਾਅਦ 'ਚ ਪਤਾ ਲੱਗਦਾ ਇਹਦੇ ਹਾਰਮਫੁਲ ਇਫੈਕਟ ਕੀ ਹੈ। ਹੁਣ ਸਮਾਜ ਨੂੰ ਹਾਰਮਫੁਲ ਇਫੈਕਟ ਦੱਸਣ ਪੈਣਗੇ, ਜਿਹਨੂੰ ਪਤਾ ਨਹੀਂ ਹੈ ਕਿ ਇਹਦਾ ਨੁਕਸਾਨ ਕੀ ਹੈ। ਖੁਸ਼ੀ ਹੋਣ ਲਈ ਤੁਸੀਂ ਬੜਾ ਅੱਛਾ ਕੰਮ ਕਰ ਸਕਦੇ ਹੋ। ਤੁਸੀਂ ਗ੍ਰੀਨ ਦੀਵਾਲੀ ਦੀ ਗੱਲ ਕਰਦੇ ਹੋ, ਸਾਰੀ ਛੱਤਾਂ ਦੇ ਉੱਪਰ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਕਿਹਾ, ਦੀਏ ਜਲਾਓ, ਨਾਲ ਇੱਕ ਜਿਹੜੇ ਫਲਾਵਰਸ ਹੈਗੇ ਉਹ ਲਗਾ ਲਓ, ਸਜਾ ਲਓ ਆਪਣੇ ਕੋਠੀ ਛੱਤ ਨਾਲ। ਇੱਕ ਤਾਂ ਦੇਸੀ ਫਲਾਵਰ ਲਗਾਓ, ਤੁਹਾਡੀ ਮਧੂਮੱਖੀਆਂ ਵੀ ਆਉਣਗੀਆਂ, ਤਿਤਲੀਆਂ ਵੀ ਆਉਣਗੀਆਂ, ਬੜਾ ਮਜ਼ਾ ਆਏਗਾ। ਤੁਸੀਂ ਖੁਸ਼ੀ ਹੋਣਾ ਨਾ। ਉਦੋਂ ਵੀ ਦੀਵੇ ਬਾਲੇ ਗਏ, ਉਸ ਤੋਂ ਬਾਅਦ ਕੀ ਕੀਤਾ ਗਿਆ? ਕੁਛ ਨਹੀਂ ਕੀਤਾ ਗਿਆ। ਉਹ ਪਟਾਕੇ ਦਾ ਇਨਵੈਂਸ਼ਨ ਅਸੀਂ ਕੀਤੀ। वो कहते हैं बस्ती के सारे लोग ही आतिश पसंद थे, वो घर जल रहा था और समुंदर करीब था। नशेमन की तुझे है फिक्र, गुलशन की हिफाजत कर, अगर गुलशन जला तो नशेमन ही नहीं रहता। बिल्कुल। हुण ते असीं अपने घर साड़न नूं तैयार हो गए हैं सारे जने। ते डा साहब तुहाडे तो भी जानना चाहांगा कि जिहड़ा नहीं रुक रहा काम, मान लो नहीं रुक रहा काम, उस तो बाद की हस्पतालों 'च कोई स्पैशल तैयारी भी की गई इस बारे कि बहुत ज़्यादा पेशेंट्स ਵੱਧ ਸਕਦੇ ਨੇ, ਜਾਂ ਕੋਈ ਇਦਾਂ ਦੀ ਕੋਈ ਤਿਆਰੀ ਵੀ ਹੈ? ਜਿੱਦਾਂ ਹੁਣ ਇਸ ਵੇਲੇ ਅਸੀਂ EMC ਹਸਪੀਟਲ ਦੇ ਵਿੱਚ ਮੌਜੂਦ ਹਾਂ, ਤੁਸੀਂ ਵੀ ਇੱਥੇ ਕੰਮ ਕਰਦੇ ਹੋ, ਕੋਈ ਇੱਥੇ ਵੀ ਕੋਈ ਸਪੈਸ਼ਲ ਤਿਆਰੀ ਕੀਤੀ ਗਈ ਹੈ? ਇੱਥੇ ਸਾਡਾ ਪੂਰਾ ਸਟਾਫ, ਐਕਸਪਰਟ ਡਾਕਟਰਸ, ਪੂਰੀ ਟੀਮ ਰੈਡੀ ਹੈ। ਪਹਿਲਾਂ ਤੇ ਕਹਿੰਦੇ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ, ਸਿਹਤ ਸਾਰੇ ਠੀਕ ਰਹਿਣ, ਆਪਣਾ ਗ੍ਰੀਨ ਦੀਵਾਲੀ ਮਨਾਓ, ਧੂਏ ਦੇ ਐਕਸਪੋਜ਼ਰ 'ਚ ਨਾ ਆਓ। ਇਨ ਕੇਸ ਕੋਈ ਕੇਸ ਹੁੰਦੇ ਆ ਤਾਂ ਉਹਦੇ ਵਾਸਤੇ ਸਾਡੀ ਪੂਰੀ ਟੀਮ ਹਸਪੀਟਲ ਦੀ ਰੈਡੀ ਹੈ, ਐਮਰਜੈਂਸੀ ਰੈਡੀ ਹੁੰਦੀ ਹੈ। ਕੋਈ ਸਪੈਸ਼ਲ ਪ੍ਰਬੰਧ ਵੀ ਕੀਤੇ ਗਏ ਨੇ ਕਿਉਂਕਿ ਕੇਸਿਸ ਵੱਧ ਸਕਦੇ ਨੇ? ਜਿੱਦਾਂ ਤੁਸੀਂ ਵੀ ਗੱਲ ਕੀਤੀ ਕਿ ਜਿਹੜਾ ਜਿਸ ਤਰ੍ਹਾਂ ਦਾ ਮਾਹੌਲ ਹੈ, ਪਟਾਕੇ ਰੁਕਣ ਦਾ ਕੋਈ ਚਾਂਸ ਨਹੀਂ ਹੈ, ਕਿ ਗਵਰਨਮੈਂਟ ਨੇ ਵੀ ਹੋਰ ਕਈ ਸਟੇਟਸ ਦੇ ਵਿੱਚ ਬੈਨ ਕਰਤੇ ਪਰ ਇੱਥੇ ਬੈਨ ਨਹੀਂ ਕੀਤੇ ਗਏ, ਤੇ ਚਲਾਣੇ ਲੋਕਾਂ ਨੇ ਰੱਜ ਕੇ ਚਲਾਣੇ ਆ, ਜਿੰਨਾ ਮਰਜ਼ੀ ਅਸੀਂ ਕਹੀ ਜਾਈਏ। ਥੋੜਾ ਬਹੁਤ ਫਰਕ ਪੈਂਦਾ ਹੈ, ਚਲੋ ਸਾਡਾ ਇੱਕ ਕੋਸ਼ਿਸ਼ ਜਿਹੜੀ ਹੈ, ਤੁਸੀਂ ਵੀ ਕਰ ਰਹੇ ਹੋ, ਸਾਰੇ ਕੋਸ਼ਿਸ਼ ਕਰ ਰਹੇ ਆ, ਥੋੜਾ ਬਹੁਤ ਫਰਕ ਪੈਂਦਾ ਜ਼ਰੂਰ ਹੈ, ਪਰ ਉਸ ਦੇ ਬਾਵਜੂਦ ਚਲਾਏ ਜਾਂਦੇ ਨੇ। ਉਸ ਦੇ ਮੱਦੇਨਜ਼ਰ ਹਸਪਤਾਲਾਂ ਦੇ ਵਿੱਚ ਕੋਈ ਸਪੈਸ਼ਲ ਤਿਆਰੀ ਕਰਨ ਦੀ ਲੋੜ ਹੈ ਜਾਂ ਤੁਸੀਂ ਕੀਤੀ ਹੈ? ਦੇਖੋ, ਜਿੱਦਾਂ ਸਾਡੇ ਆਲਰੇਡੀ ਪੋਸਟ ਕੋਵਿਡ ਕਲੀਨਿਕ ਅਸੀਂ ਐਸਟੈਬਲਿਸ਼ ਕੀਤਾ ਇਸ ਹਸਪਤਾਲ ਦੇ ਵਿੱਚ, ਜਿਹਦੇ 'ਚ ਕਰੋਨਾ ਤੋਂ ਪ੍ਰਭਾਵਿਤ ਹੋਏ ਪੇਸ਼ੈਂਟਸ ਤੋਂ ਬਾਅਦ ਜੋ ਅਸੀਂ ਟ੍ਰੀਟਮੈਂਟ ਕਰਦੇ ਹਾਂ ਉਹ ਅੰਡਰ ਵਨ ਰੂਫ ਸਾਰੇ ਸਪੈਸ਼ਲਿਸਟ ਉਹਨਾਂ ਨੂੰ ਦੇਖ ਰਹੇ ਹਾਂ। ਉਹਦੇ ਨਾਲ ਹੀ ਦੀਵਾਲੀ ਦੇ ਉੱਪਰ ਵੀ ਜੇ ਕੋਈ ਇੱਦਾਂ ਦੇ ਕੇਸ ਹੁੰਦੇ ਆ, ਇਵਨ ਟਰਾਮਾ ਵੀ ਹੁੰਦਾ ਤਾਂ ਮੋਸਟਲੀ ਦੇਖਿਆ ਜਾਏ ਹੱਥ 'ਚ ਬੰਬ ਚੱਲਦਾ ਤੇ ਹੱਥ ਪੂਰਾ ਉੱਡ ਜਾਂਦਾ ਉਹਨਾਂ ਦਾ, ਠੀਕ ਹੈ। ਉਹ ਪੂਰਾ ਫਸਟ ਜਿਹੜੀ ਫਸਟ ਕ੍ਰਿਟੀਕਲ ਕੇਅਰ ਟੀਮ ਹੈਗੀ ਆ ਸਾਡੀ ਫਸਟ ਏਡ ਦੀ, ਉਹ ਐਟ ਪ੍ਰੈਜ਼ੈਂਟ ਹੁੰਦੀ ਹੈ 24/7 ਇੱਥੇ, ਤਾਂ ਕਿ ਜੇ ਕੋਈ ਵੀ ਕੈਜੂਅਲਟੀ ਇਨ ਕੇਸ ਹੁੰਦੀ ਹੈ ਤਾਂ ਉਹਨੂੰ ਉਸੇ ਵੇਲੇ ਹੈਂਡਲ ਕੀਤਾ ਜਾਏਗਾ। ਅੱਛਾ, ਆਖਿਰ ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਗਵਰਨਮੈਂਟ ਨੇ ਪੰਜਾਬ ਸਟੇਟ ਦੇ ਵਿੱਚ ਬੈਨ ਨਹੀਂ ਕੀਤੇ, ਲੇਕਿਨ ਪਰਾਲੀ ਜਿਹੜੀ ਉਹ ਲਗਾਤਾਰ ਸਾੜੀ ਜਾ ਰਹੀ, ਉਹ ਉਸੇ ਤਰੀਕੇ ਨਾਲ ਜਾਰੀ ਹੈ, ਤੇ ਪਟਾਕੇ ਜਿਹੜੇ ਬੈਨ ਨਹੀਂ ਕੀਤੇ ਗਏ। ਤੁਹਾਡਾ ਇਹਦੇ ਬਾਰੇ ਐਜ਼ ਐਨ ਐਕਸਪਰਟ, ਐਜ਼ ਅ ਡਾਕਟਰ, ਤੁਸੀਂ ਕੀ ਵਿਚਾਰਦੇ ਹੋ, ਕੀ ਸੋਚਦੇ ਹੋ? ਇਹ ਥੋੜਾ ਜਿਹਾ ਦੱਸੋ। ਦੇਖੋ, ਪਰਾਲੀ ਵਾਸਤੇ ਤਾਂ ਇੱਕ ਤੇ ਕਿਸਾਨ ਵੀ ਮਜਬੂਰ ਨੇ, ਉਹਦੇ 'ਚ ਵੀ ਉਹ ਕੀ ਕਰ ਸਕਦੇ, ਉਹ ਕਰਨਗੇ ਕਿ ਪਰਾਲੀ ਹੈ, ਜੇ ਨਹੀਂ ਜਲਾਉਣਗੇ ਉਹਨਾਂ ਉੱਪਰ ਟਰੈਕਟਰ ਚਾਹੀਦਾ ਉਹਨਾਂ ਨੇ, ਇੱਕ ਤਾਂ ਫਿਰ ਡੀਜ਼ਲ ਚਾਹੀਦਾ, ਟਾਈਮ ਚਾਹੀਦਾ ਦੁਬਾਰਾ ਉਹਨੂੰ ਮਿੱਟੀ ਦੇ ਵਿੱਚ ਕਰਨ ਵਾਸਤੇ, ਚਾਹੇ ਉਹਦੇ ਕਾਫੀ ਮਹੱਤਤਾ ਹੁੰਦੀ ਹੈ, ਹੈਵੀ ਮਸ਼ੀਨਰੀ ਚਾਹੀਦੀ, ਚਾਹੇ ਉਹਦੇ ਕਾਫੀ ਬੈਨੀਫਿਟ ਵੀ ਹੈਗੇ ਆ, ਬਟ ਟਾਈਮ ਤੇ ਪੈਸਾ, ਇੱਕ ਕਿਸਾਨ
ਕੋਲ ਪਹਿਲਾਂ ਬਿਲਕੁਲ ਇਹਦੇ ਬਾਰੇ ਵੀ ਸਰਕਾਰ ਚਾਹੇ ਤੇ ਬੜਾ ਕੁਝ ਕਰ ਸਕਦੀ, ਪਰ ਨਹੀਂ ਹੋ ਗੌਰਮੈਂਟ ਰਿਹਾ। ਨੂੰ ਚਾਹੀਦਾ ਕਿ ਇਹਦੇ ਵਾਸਤੇ ਵੀ ਕੋਈ ਵੱਡੀ ਮਸ਼ੀਨਰੀ ਹੈ ਪ੍ਰੋਵਾਈਡ ਕੀਤੀ ਜਾਏ, ਪਲੱਸ ਸਬਸਿਡੀਜ਼ ਦਿੱਤੀ ਜਾਣ ਇਸ ਦੇ ਉੱਪਰ, ਤਾਂ ਕਿ ਇਦਾਂ ਦੀ ਪ੍ਰੋਬਲਮ ਨਾ ਆਏ, ਤਾਂ ਕਿ ਕਿਸੇ ਮਜਬੂਰ ਹੋ ਕੇ ਕਿਸਾਨ ਨੂੰ ਇਦਾਂ ਨਾ ਕੰਮ ਉਠਾਉਣਾ ਪਏ। ਦੂਸਰਾ, ਜੋ ਅਸੀਂ ਦੀਵਾਲੀ ਦੇ ਉੱਪਰ ਪਟਾਕੇ ਚਲਾਉਂਦੇ ਆ, ਬਾਰ-ਬਾਰ ਇੱਕੋ ਗੱਲ ਕਹਿ ਰਹੇ ਕਿ ਇਕੱਲੇ ਦੀਪ ਜਲਾਓ, ਦੀਏ ਜਲਾਓ, ਘਰ 'ਚ ਖੁਸ਼ੀ ਦਾ ਮਾਹੌਲ ਹੁੰਦਾ ਉਸ ਟਾਈਮ ਤੇ ਸਾਰੇ ਖੁਸ਼ ਬੈਠੋ, ਪਰਿਵਾਰ 'ਚ ਬੈਠ ਕੇ ਆਪਸ 'ਚ ਗੱਲਾਂ ਬਾਤਾਂ ਕਰੋ, ਇੰਸਟੈਡ ਆਫ ਤੁਸੀਂ ਬੰਬ ਚਲਾਓ, ਨੱਚੋ ਗਾਓ ਭੰਗੜੇ ਪਾਓ, ਜੋ ਮਰਜ਼ੀ ਕਰੋ। ਪਲੱਸ ਦੀਵਾਲੀ ਵਾਲੇ ਦਿਨ ਲੋਕਾਂ ਗਾੜੀ ਇਹ ਗੁਜ਼ਾਰਿਸ਼ ਹੈ ਕਿ ਇੱਕ ਪਰਿਵਾਰ ਦਾ ਮੈਂਬਰ 2-2 ਬੂਟੇ ਕਿਸੇ ਵੀ ਪੇੜ ਦੇ ਕਿਸੇ ਵੀ ਤਰ੍ਹਾਂ ਦੇ ਹਰ ਜਗ੍ਹਾ ਲਗਾਓ, ਤਾਂ ਕਿ ਸਾਡੀ ਆਉਣ ਵਾਲੀ ਨੈਕਸਟ ਜਨਰੇਸ਼ਨ ਜਿਹੜੀ ਆ ਉਹ ਇਸ ਪ੍ਰੋਬਲਮ ਦੇ ਵਿੱਚ ਨਾ ਫਸੇ, ਤਾਂ ਕਿ ਹੋਰ ਗ੍ਰੀਨਰੀ ਹੋਏ ਤੇ ਵਧੀਆ ਰਹੇ। ਹਾਂ, ਉਹ ਗ੍ਰੀਨ ਦੀਵਾਲੀ ਦਾ ਜਿਹੜਾ ਮਕਸਦ ਹੈ ਉਹ ਪੂਰਾ ਹੋ ਸਕਦਾ ਹੈ। ਤਾਂ ਤੁਸੀਂ ਬੱਬਰ ਸਾਹਿਬ ਕੀ ਕਹਿਣਾ ਚਾਹੋਗੇ, ਤੁਸੀਂ ਸਮਰਾਈਜ਼ सर ਕਿਵੇਂ? हालात इस तरह के बन चुके हैं कि एक शेर किसी शायर ने बड़ा अच्छा किया है कि बंद कमरों में मेरा दम घुटा जाता है। अंदर बंद हो गए, कोविड ने सारे अपने लॉकडाउन कर दिया, वैसे भी लॉकडाउन लोग बड़े घबरा भी रहे बाहर निकल, तो बंद कमरों में मेरा दम घुटा जाता है, खिड़कियां खोलूं तो जहरीली हवा आती है। वो बंदा किसे जाए, उन्हें ही खाना वो किसान कहना मैं जलाना है, वो साथ ले पहला, साथ कौन देगा उन्हें, वो पॉलिटिकल लड़ाई चल रही है, बट आम आदमी कसूर की है बेचारा, वो साथ ले ले, अगली खुशी हो रही है, कहना मैं खुशी होना, वो बम चला रहा है, वो मारा तुम जाओ किसी और तरीके खुश हो जाओ, वो की कसूर है बेचारे जो साह लेना चाहता है। ओनली साह लेना, साफ पानी पीना, साफ हवा नेचर ने, हम एयर क्वालिटी इंडेक्स की गल की, नेचर ने की बनाया, जो धरती बनी है 0 to 50, ਅਸੀਂ ਚਲੇ ਗਏ 200 250 300 400 500, ਇਹ ਤੇ ਬਲਾਸਟ ਹੈ, ਖਤਮ ਹੋ ਗਿਆ। ਜਿਸ ਤਰ੍ਹਾਂ ਹੁੰਦਾ ਨਾ ਜੀ, ਕਿਸੇ ਤਲਾਬ 'ਚ ਮਛਲੀਆਂ ਸਵੇਰੇ ਨਜ਼ਰ ਆਉਂਦੀਆਂ ਸਭ ਮਰ ਗਈਆਂ, ਕੀ ਹੋਇਆ, ਆਕਸੀਜਨ ਲੈਵਲ ਘਟ ਗਿਆ, ਐਸੇ ਇਨਸਾਨਾ ਹੋ ਜਾਏਗਾ। ਉਹ ਲੱਗਾ ਸੋਏ ਰਾਤੀ ਸਾਰੇ ਖਤਮ, ਕੀ ਹੋਇਆ ਜੀ, ਆਕਸੀਜਨ ਲੈਵਲ ਖਤਮ। ਇਹ ਤਾਂ ਬੜਾ ਐਮਰਜੈਂਸੀ ਲੈਵਲ ਹੈ, ਇਹ ਸਾਰੀ ਸਰਕਾਰਾਂ ਨੂੰ ਮਿਸ਼ਨ ਦੇਣੀ ਪਏਗੀ। ਬੈਨ ਜਿਹੜਾ ਪੋਲੂਸ਼ਨ ਹੈਗਾ, ਦੈਟ ਸ਼ੁੱਡ ਬੀ ਟੋਟਲੀ ਬੈਨ, ਕੋਈ ਤਰੀਕਾ ਨਹੀਂ, ਕੋਈ ਅਲਾਉਡ ਨਹੀਂ ਹੋਣਾ ਚਾਹੀਦਾ ਕਿਸੇ ਟਾਈਪ ਦਾ ਪੋਲੂਸ਼ਨ ਕਰ। ਜਿਓਲੋਜੀਕਲ ਦੇ ਉੱਪਰ ਵੀ ਇਫੈਕਟ ਪੈਂਦਾ, ਬਿਲਕੁਲ ਪੈਂਦਾ ਜੀ। ਸਾਡੇ ਜਿੱਦਾਂ ਕਹਿੰਦੇ ਸੀ ਪਹਿਲਾਂ ਅਸੀਂ ਛੋਟੇ ਹੁੰਦੇ ਚਿੜੀਆਂ ਦੇਖਦੇ ਹੁੰਦੇ ਸੀ, ਅੱਜ ਕੱਲ ਚਿੜੀਆਂ ਅਲੋਪ ਹੋ ਗਈਆਂ, ਇੱਲਾਂ ਹੁੰਦੀਆਂ ਸੀਗੀਆਂ ਉਹ ਵੀ ਅਲੋਪ ਹੋ ਗਈਆਂ, ਉਹ ਵੀ ਇਧਰੋਂ ਬੰਦਾ ਅਲੋਪ ਹੋ ਜਾਣਾ, ਇਦਾਂ ਜੇ ਚੱਲਦਾ ਰਿਹਾ ਤਾਂ ਫਿਰ ਕਿਸੇ ਦਿਨ ਬੰਦੇ ਵੀ ਲੋਪ ਹੋ ਜਾਣਗੇ। ਸੋ ਕਿੰਨੀ ਸੀਰੀਅਸ ਗੱਲ ਹੈ, ਕਿੰਨਾ ਚਿੰਤਾ ਦਾ ਵੱਡਾ ਵਿਸ਼ਾ ਹੈ, ਇਹ ਤੁਸੀਂ ਜਾਣਦੇ ਵੀ ਹੋ ਤੇ ਥੋੜਾ ਹੋਰ ਸਮਝ ਗਏ ਹੋਵੋਗੇ ਇਸ ਗੱਲ ਨੂੰ ਕਿ ਇਹ ਬਹੁਤ ਵੱਡੀ ਚਿੰਤਾ ਹੈ। ਪਹਿਲੀ ਗੱਲ ਤੇ ਸਰਕਾਰ ਨੂੰ ਪਟਾਕੇ ਜਿਹੜੇ ਆ ਪੰਜਾਬ ਦੇ ਵਿੱਚ ਬੈਨ ਕਰਨੇ ਚਾਹੀਦੇ ਸੀ, ਜਿੱਦਾਂ ਕੁਝ ਹੋਰ ਸਟੇਟਸ ਦੇ ਵਿੱਚ ਕੀਤੇ ਗਏ, ਨਹੀਂ ਕੀਤੇ ਗਏ। ਦੂਸਰਾ ਇਹ ਕਿ ਹਰ ਵਿਅਕਤੀ ਇਸ ਗੱਲ ਨੂੰ ਜ਼ਿੰਮੇਦਾਰਾਨਾ ਤਰੀਕੇ ਨਾਲ ਸਮਝੇ ਕਿ ਉਸ ਦੀ ਆਪਣੇ ਪ੍ਰਤੀ ਹੀ ਨਹੀਂ, ਆਪਣੇ ਪਰਿਵਾਰ ਪ੍ਰਤੀ ਨਹੀਂ, ਤਾਂ ਹੋਰ ਲੋਕ ਜਿਹੜੇ ਹਨ, ਖਾਸ ਤੌਰ ਤੇ ਉਹ ਲੋਕ ਜਿਹੜੇ ਮਰੀਜ਼ ਹਨ, ਉਹਨਾਂ ਪ੍ਰਤੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ। ਜੇ ਉਸ ਦੀ ਉਸ ਤਰ੍ਹਾਂ ਜਾ ਕੇ ਕੋਈ ਹੈਲਪ ਨਹੀਂ ਕਰ ਸਕਦੇ, ਇਸ ਤਰੀਕੇ ਨਾਲ ਘਰ ਬੈਠੇ ਹੀ ਹੈਲਪ ਕਰ ਸਕਦੇ ਹਨ ਕਿ ਕੋਵਿਡ ਜਿੱਥੇ ਇੱਕ ਪਾਸੇ ਚੱਲ ਰਿਹਾ ਹੈ, ਉਹ ਪਟਾਕੇ ਨਾ ਚਲਾ ਕੇ ਬਹੁਤ ਵੱਡੀ ਸਮਾਜ ਸੇਵਾ ਕਰ ਸਕਦੇ ਹਨ, ਉਹਨਾਂ ਦੀ ਜ਼ਿੰਦਗੀ ਬਚਾ ਸਕਦੇ ਹਨ, ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਨ, ਤੇ ਜਿਹੜਾ ਅਜਿਹਾ ਮਾਹੌਲ ਸਿਰਜਿਆ ਜਾ ਸਕਦਾ ਹੈ ਜਿਸ ਤੋਂ ਕਿ ਗ੍ਰੀਨ ਦੀਵਾਲੀ ਦੀ ਇੱਕ ਸ਼ੁਰੂਆਤ ਹੋ ਜਾਏ। ਗ੍ਰੀਨ ਦੀਵਾਲੀ ਇਸ ਕਰਕੇ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੇ ਜ਼ਿੰਦਗੀ ਜਿਹੜੀ ਪੂਰੀ ਮੁਨੱਸਰ ਕਰਦੀ ਹੈ। ਜਿਵੇਂ ਕਿ ਇਹਨਾਂ ਨੇ ਕਿਹਾ ਕਿ ਜਿਵੇਂ ਚਿੜੀਆਂ ਤੇ ਕਾਂ, ਇੱਲਾਂ ਜਿਹੜੇ ਲੁਪਤ ਹੁੰਦੇ ਜਾ ਰਹੇ ਨੇ, ਇਸੇ ਤਰੀਕੇ ਨਾਲ ਕਿਸੇ ਤਰੀਕੇ ਨਾਲ ਅਸੀਂ ਵੀ ਤੁਹਾਡੇ ਸਾਹਮਣੇ ਬੈਠੇ ਨਜ਼ਰ ਨਹੀਂ ਆਉਂਗੇ, ਤੁਸੀਂ ਦੇਖਣ ਵਾਲੇ ਨਜ਼ਰ ਨਹੀਂ ਆਓਗੇ, ਹੌਲੀ ਹੌਲੀ ਉੱਥੇ ਜਿਹੜਾ ਮੁਕਾਮ ਪਹੁੰਚ ਜਾਏਗਾ। ਇਸ ਕਰਕੇ ਸਾਡੀ ਸਾਰਿਆਂ ਦੀ ਗੁਜ਼ਾਰਿਸ਼ ਹੈ ਕਿ ਜਿਹੜੀ ਅਸੀਂ ਗ੍ਰੀਨ ਦੀਵਾਲੀ ਦੀ ਵਾਰ-ਵਾਰ ਗੱਲ ਕਰਦੇ ਹਾਂ, ਉਸ ਗ੍ਰੀਨ ਦੀਵਾਲੀ ਨੂੰ ਇਸ ਵਾਰ ਇੰਪਲੀਮੈਂਟ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ।